ਭੂਰਿਆਂ ਵਾਲੇ ਰਾਜੇ ਕੀਤੇ। ਭਾਗ 19। ਗੁਰਦਾਸ ਨੰਗਲ ਦੀ ਗੜੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ। ਕੀ ਸਿੰਘਾਂ ਨੇ ਪਸ਼ੂ ਮਾਰ ਕੇ ਖਾਧੇ? ਅਬਦੁਸ ਸਮਦ ਖਾਂ ਨੇ ਸਿੰਘਾਂ ਨਾਲ ਦਗਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਸਟਰ ਵਿਲੀਅਮ ਇਰਵਿਨ ਕਾਫੀ ਖਾਨ ਦੇ ਆਧਾਰ ਤੇ ਇਸ ਗੜੀ ਵਿਚਲੀ ਹਾਲਤ ਬਾਰੇ ਲਿਖਦਾ ਹੈ। ਕਿਉਂਕਿ ਸਿੱਖਾਂ ਵਿੱਚ ਜਾਤ ਪਾਤ ਦੀ ਕੋਈ ਮਨੌਤ ਜਾਂ ਨਿਸ਼ਚਿਤ ਪਕਿਆਈ ਨਹੀਂ ਸੀ, ਸੋ ਉਹਨਾਂ ਘੋੜੇ, ਬਲਦ ਤੇ ਖੱਚਰਾਂ ਆਦਿ ਝਟਕਾ ਲਏ। ਅੰਦਰ ਹਰ ਚੀਜ਼ ਦੀ ਥੁੜ ਸੀ। ਜਲਾਉਣ ਲਈ ਲੱਕੜ ਬਾਲਣ ਨਾ ਹੋਣ ਕਰਕੇ ਉਹ ਕੱਚਾ ਹੀ ਮਾਸ ਖਾ ਗਏ। ਇਸ ਨਾਲ ਬਹੁਤ ਸਾਰਿਆਂ ਨੂੰ ਪੇਚਸ, ਖੂਨ ਦੇ ਮਰੋੜ ਦੀ ਬਿਮਾਰੀ ਲੱਗ ਗਈ ਅਤੇ ਕਮਜ਼ੋਰੀ ਨਾਲ ਪ੍ਰਾਣ ਤਿਆਗ ਗਏ। ਜਦ ਘਾਹ ਵੀ ਮੁੱਕ ਗਿਆ ਤਾਂ ਉਹਨਾਂ ਨੇ ਦਰਖਤਾਂ ਦੀਆਂ ਛਿੱਲਾਂ, ਸੱਕ, ਨਰਮ ਟਾਹਣੀਆਂ ਅਤੇ ਪੱਤੇ ਆਦਿ ਸੁਕਾ ਕੇ ਆਟੇ ਵਾਂਗ ਪੀਹ ਕੇ ਖਾ ਲਏ ਤੇ ਆਪਣੀਆਂ ਜਾਨਾਂ ਬਚਾਈ ਰੱਖਣ ਦਾ ਯਤਨ ਕੀਤਾ। ਜਦ ਇਹ ਵੀ ਮੁੱਕ ਗਿਆ ਤਾਂ ਉਹਨਾਂ ਮਰੇ ਪਸ਼ੂਆਂ ਦੀਆਂ ਹੱਡੀਆਂ ਪੀਹ ਕੇ ਖਾਧੀਆਂ। ਕੋਈ ਕਹਿੰਦਾ ਕਿ ਉਹਨਾਂ ਨੇ ਕੁਝ ਕੁ ਸਿੰਘਾਂ ਨੂੰ ਆਪਣੇ ਪੱਟਾਂ ਦਾ ਮਾਸ ਕੱਟ ਕੇ ਭੁੰਨ ਕੇ ਖਾਂਦਿਆਂ ਨੂੰ ਵੇਖਿਆ ਹੈ। ਇਰਵਨ ਸਿੱਖਾਂ ਦੀ ਘੋਰ ਮੁਸੀਬਤ ਦਾ ਇਤਨਾ ਕੋ ਨਕਸ਼ਾ ਦੇ ਕੇ, ਜੋ ਕਿਸੇ ਹੋਰ ਲਿਖਤ ਤੇ ਆਧਾਰਿਤ ਹੈ, ਅਗਲੀ ਗੱਲ ਗੋਲ ਕਰ ਜਾਂਦਾ ਹੈ। ਉਹ ਗੱਲ ਹੈ, ਅਤੀ ਮੁਸੀਬਤ ਤੇ ਦੀਰਘ ਕਠਿਨਾਈਆਂ ਵਿੱਚ ਵੀ ਸਿੰਘ ਸਬਰ ਸ਼ੁਕਰ ਦਾ ਪੱਲਾ ਨਹੀਂ ਛੱਡਦੇ, ਨਿਰਬਲ ਤੇ ਸਾਹਸੀਨ ਨਹੀਂ ਹੁੰਦੇ, ਸਗੋਂ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹਨ। ਇਹ ਉਹ ਗੁਣ ਹੈ ਜੋ ਉਹਨਾਂ ਨੂੰ ਭਿਆਨਕ ਤੋਂ ਭਿਆਨਕ ਖਤਰੇ ਤੇ ਸਿਰੇ ਦੀਆਂ ਔਕੜਾਂ ਵਿੱਚ ਵੀ ਅਡੋਲ ਰੱਖਦਾ ਹੈ। ਉਹ ਸਾਹਮਣੇ ਖੜੀ ਮੌਤ ਨਾਲ ਵੀ ਮਸ਼ਕਰੀ ਠੱਠੇ ਦਾ ਸ਼ੁਗਲ ਮੇਲਾ ਕਰਨੋਂ ਨਹੀਂ ਝਿਜਕਦੇ। ਹਾਜੀ ਕਰਮਵਾਰ ਖਾਨ, ਜੋ ਸਿੱਖਾਂ ਦੇ ਜੌਹਰਾਂ ਤੋਂ ਚੰਗਾ ਵਾਕਿਫ ਹੈ, ਉਹਨਾਂ ਦੀ ਗੜੀ ਅੰਦਰਲੀ ਹਾਲਤ ਨੂੰ ਆਪਣੀ ਪੁਸਤਕ ਤਜ਼ਕਰਾ ਉਲ ਸੁਲਾਤੀਨ ਚੁਗਤੀਆ ਵਿੱਚ ਬਿਆਨ ਕਰਦਾ ਹੈ। ਜਹਨਮੀ ਸਿੱਖ ਰਹਿਬਰ ਭਾਵ ਆਗੂ ਅਤੇ ਉਸ ਦੇ ਆਦਮੀਆਂ ਨੇ ਉਸ ਸਾਰੀ ਫੌਜੀ ਤਾਕਤ ਦਾ ਡਟ ਕੇ ਮੁਕਾਬਲਾ ਕੀਤਾ ਜਿਹੜੀ ਅਜ਼ੀਮ ਭਾਵ ਮਹਾਨ ਤੇ ਸ਼ਕਤੀਸ਼ਾਲੀ ਮੁਗਲ ਹਕੂਮਤ 8 ਮਹੀਨੇ ਤੱਕ ਉਹਨਾਂ ਦੇ ਵਿਰੁੱਧ ਇਕੱਠੀ ਕਰ ਸਕੀ। ਸਿੰਘਾਂ ਦੀ ਅਥਾਹ ਭੁੱਖ, ਕਮਜ਼ੋਰ ਹੋ ਚੁੱਕੇ ਮਿਹਦੇ, ਘਾਹ ਬੂਟ, ਰੁੱਖਾਂ ਦੇ ਛਿੱਲ ਪੱਤੇ ਖਾਣ ਨਾਲ ਅਤੇ ਪੇਚਸ ਤੇ ਖੂਨ ਦੇ ਦਸਤ ਲੱਗ ਜਾਣ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਅਣਿਆਈ ਮੌਤ ਦਾ ਸ਼ਿਕਾਰ ਹੋ ਗਏ। ਮਰੇ ਹੋਏ ਡੰਗਰਾਂ ਤੇ ਬੰਦਿਆਂ ਦੇ ਗਲ ਸੜ ਰਹੇ ਸਰੀਰਾਂ ਚੋਂ ਉੱਠਦੀ ਬਦਬੂ ਅਹਾਤੇ ਵਿੱਚ ਇੰਜ ਫੈਲ ਗਈ ਕਿ ਸਾਹ ਲੈਣਾ ਔਖਾ ਹੋ ਗਿਆ। ਜੋ ਅਜੇ ਬਚੇ ਹੋਏ ਸਨ ਉਹ ਵੀ ਅਦਮ ਹੋਏ ਹੋਏ ਤੇ ਸੁੱਕ ਕੇ ਢੀਂਗਰ ਹੋ ਗਏ ਸਨ। ਹਿੱਲਣਾ ਜੁਲਣਾ ਵੀ ਉਹਨਾਂ ਲਈ ਔਖਾ ਹੋ ਗਿਆ ਸੀ। ਇੰਨੇ ਦੁਰਲੱਭ ਹੋ ਗਏ ਸਨ ਕਿ ਉਹਨਾਂ ਪਾਸੋਂ ਆਪਣੇ ਹਥਿਆਰ ਵੀ ਨਹੀਂ ਸਨ ਚੁੱਕੇ ਜਾਂਦੇ। ਇਸ ਹਾਲਤ ਵਿੱਚ ਗੜੀ ਦੀ ਰਾਖੀ ਕਰ ਲੈਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਰਹੀ। ਨੋਟ: ਮੁਹੰਮਦ ਕਾਸਿਮ ਤੇ ਹੋਰ ਮੁਸਲਮਾਨ ਲਿਖਾਰੀਆਂ ਦੀ ਇਸ ਮਨ ਘੜਤ ਕਹਾਣੀ ਦੀ ਪੜਤਾਲ ਕਿ ਸਿੰਘਾਂ, ਘੋੜੇ, ਬਲਦ ਤੇ ਉਹਨਾਂ ਦੀਆਂ ਹੱਡੀਆਂ ਵੀ ਪੀਹ ਕੇ ਖਾ ਲਈਆਂ। ਮੁਹੰਮਦ ਹਾਦੀ ਕਾਮਵਰ ਖਾਨ, ਤਜ਼ਕਰਾ ਉਲ ਸੁਲਾਤੀਨ ਚੁਗਤੀਆ। ਇਹ ਬਾਦਸ਼ਾਹ ਬਹਾਦਰ ਸ਼ਾਹ ਤੇ ਫਰਖਸ਼ੀਅਰ ਦਾ ਰੋਜ਼ਨਾਮਚਾ ਹੈ। ਮੁਹੰਮਦ ਕਾਸਿਮ ਇਬਰਤਨਾਮਾ। ਮੁਹੰਮਦ ਕਾਸਿਮ ਮੁਹੰਮਦ ਆਰਿਫ ਬੇਗ ਨਾਇਬ ਗਵਰਨਰ ਲਾਹੌਰ ਦੀ ਸੇਵਾ ਵਿੱਚ ਸੀ ਤੇ ਇਹ ਗੁਰਦਾਸ ਨੰਗਲ ਦੇ ਘੇਰੇ ਵਿੱਚ ਵੀ ਸ਼ਾਮਲ ਸੀ। ਮਿਰਜ਼ਾ ਮੁਹੰਮਦ ਹਾਰਿਸ਼ੀ ਇਬਰਤਨਾਮਾ। ਇਹ ਲਿਖਾਰੀ ਵੀ ਬੰਦਾ ਸਿੰਘ ਦਾ ਸਮਕਾਲੀ ਹੈ। ਕਾਫੀ ਖਾਨ ਮੁਨਤਖਬੁਲ ਲਬਾਬ ਦੀਆਂ ਲਿਖਤਾਂ ਨੂੰ ਆਧਾਰ ਮੰਨ ਕੇ ਵਿਲੀਅਮ ਇਰਵਿਨ ਨੇ ਦੀ ਗ੍ਰੇਟ ਮੁਗਲਜ਼ ਵਿੱਚ ਲਿਖ ਦਿੱਤਾ ਕਿ ਗੜੀ ਵਿੱਚ ਘਿਰੇ ਹੋਏ ਸਿੱਖਾਂ ਨੇ ਖੁਰਾਕ ਦੀ ਥੋੜ ਕਰਕੇ ਪਹਿਲਾਂ ਦਰਖਤਾਂ ਦੇ ਛਿੱਲ ਪੱਤੇ, ਟਾਹਣੀਆਂ ਤੇ ਫਿਰ ਘੋੜੇ, ਖੱਚਰ ਤੇ ਬਲਦ ਮਾਰ ਕੇ ਖਾ ਲਏ ਤੇ ਜਦ ਕੁਝ ਵੀ ਖਾਣ ਨੂੰ ਨਾ ਰਿਹਾ ਉਹਨਾਂ ਦੀਆਂ ਹੱਡੀਆਂ ਵੀ ਪੀਹ ਕੇ ਖਾ ਗਏ। ਸਧਾਰਨ ਪਾਠਕ ਲਈ ਇਹ ਇੱਕ ਝੰਬੇਲਾ ਬਣ ਜਾਂਦਾ ਹੈ। ਉਸ ਦੀ ਸੂਝ-ਬੂਝ ਅਤੇ ਅਸਲੀਅਤ ਵਿਚਕਾਰ ਇੱਕ ਪਹਾੜ ਖੜਾ ਕਰ ਦਿੱਤਾ ਗਿਆ ਹੈ, ਜਿਸ ਤੇ ਉੱਤੋਂ ਦੀ ਨਾ ਲੰਘ ਸਕੇ, ਨਾ ਉਹਨੂੰ ਰਾਹੋਂ ਪਾਸੇ ਕਰ ਸਕੇ। ਸੱਚ ਨੂੰ ਲੁਕਿਆ ਨਹੀਂ ਰਹਿਣ ਦਿੱਤਾ ਜਾ ਸਕਦਾ। ਹਿੰਮਤ ਤੇ ਮਿਹਨਤ ਨਾਲ ਹੀ ਦੁਨੀਆ ਵਿੱਚ ਟੇਢੇ ਤੋਂ ਟੇਢਾ ਮਸਲਾ ਹੱਲ ਹੋ ਜਾਂਦਾ। ਸੁਹਿਰਦ ਪਾਠਕ ਜੀ,
ਆਓ ਖੋਜ ਪੜਤਾਲ ਦੀ ਵਿਧੀ ਰਾਹੀਂ ਖੜੀ ਰੋਕ ਨੂੰ ਟੱਪ ਕੇ ਅਸਲੀਅਤ ਤੱਕ ਪਹੁੰਚਣ ਦਾ ਯਤਨ ਕਰੀਏ। ਕਾਮਵਰ ਖਾਨ, ਮਿਰਜ਼ਾ ਮੁਹੰਮਦ ਹਾਰਿਸ਼ੀ ਤੇ ਖਾਫੀ ਖਾਨ ਬੰਦਾ ਸਿੰਘ ਦੇ ਸਮਕਾਲੀ ਹਨ। ਮੁਹੰਮਦ ਕਾਸਮ ਗੁਰਦਾਸ ਨੰਗਲ ਨੂੰ ਘੇਰਨ ਵਾਲੀ ਫੌਜ ਵਿੱਚ ਸ਼ਾਮਲ ਹੈ। ਦੂਜਿਆਂ ਨਾਲੋਂ ਇਸ ਦੀ ਲਿਖਤੀ ਗਵਾਹੀ ਵਜ਼ਨਦਾਰ ਜਾਪੇਗੀ। ਇਹਨਾਂ ਤੋਂ ਬਿਨਾਂ ਹੋਰ ਵੀ ਜਿੰਨੇ ਮੁਸਲਮਾਨ ਸਮਕਾਲੀ ਇਤਿਹਾਸਕਾਰ ਹਨ, ਸਿੱਖਾਂ ਪ੍ਰਤੀ ਸਾਰਿਆਂ ਨੇ ਤੰਗਦਿਲੀ, ਪੱਖਪਾਤ ਤੇ ਤੁਅੱਸਬ ਵਿੱਚ ਅੰਨ੍ਹਿਆ ਹੋ ਕੇ ਲਿਖਿਆ ਹੈ। ਸਿੱਖਾਂ ਦੀ ਬਹਾਦਰੀ, ਦਲੇਰੀ, ਖੁੱਲ੍ਹ-ਦਿਲੀ ਤੇ ਇਖਲਾਕ ਦਾ ਵਰਣਨ ਕਰਨ ਲਈ ਇੱਕ ਵੀ ਚੰਗਾ ਸ਼ਬਦ ਇਹਨਾਂ ਪਾਸ ਨਹੀਂ। ਅਸਲੀਅਤ ਨੂੰ ਤਾਂ ਸਮਝਦੇ ਸਾਰੇ ਸਨ, ਪਰ ਤੰਗ ਨਜ਼ਰੀ ਅਤੇ ਤੁਅੱਸਬ ਪੇਸ਼ ਨਹੀਂ ਸੀ ਜਾਣ ਦਿੰਦੇ। ਸਿੱਖਾਂ ਬਾਰੇ ਜੇ ਕੋਈ ਸੱਚੀ ਗੱਲ ਲਿਖੀ ਗਈ ਤਾਂ ਦੀਨ ਇਸਲਾਮ ਦੀ ਹੇਠੀ ਹੋ ਜਾਏਗੀ। ਦੂਜੇ ਪਾਸੇ ਹਕੂਮਤ ਕਚੂਮਰ ਕੱਢ ਕੇ ਰੱਖ ਦੇਵੇਗੀ। ਦੀਨ ਦੁਨੀਆ ਦੋਵੇਂ ਗਏ। ਇਹਨਾਂ ਇਮਾਮ ਹਾਰੇ ਤੇ ਮਰੇ ਹੋਏ ਜ਼ਮੀਰ ਵਾਲੇ ਇਤਿਹਾਸਕਾਰਾਂ ਨਾਲੋਂ ਕਾਜ਼ੀ ਨੂਰ ਮੁਹੰਮਦ ਆਪਣੇ ਜੰਗਨਾਮੇ ਵਿੱਚ ਸਿੱਖਾਂ ਨੂੰ ਲੋੜੇ ਦੀਆਂ ਗਾਲਾਂ ਕੱਢਦਾ ਤੇ ਝੂਠ ਕੁਫਰ ਤੋਲਦਾ ਹੋਇਆ ਵੀ ਸੱਚ ਬੋਲਣ ਤੇ ਮਜਬੂਰ ਹੋ ਜਾਂਦਾ ਤੇ ਸਿੰਘਾਂ ਦੀਆਂ ਖੂਬੀਆਂ ਤੇ ਹੱਕ ਸੱਚ ਦਾ ਇੱਕ ਪੂਰਾ ਅਧਿਆਇ ਲਿਖ ਦਿੰਦਾ ਹੈ। ਸਿੱਖਾਂ ਦਾ ਇਸਲਾਮ ਨਾਲ ਕੋਈ ਵਿਰੋਧ ਨਹੀਂ। ਉਹਨਾਂ ਨੇ ਤਾਂ ਸਿਰਫ ਮੁਗਲ ਹਕੂਮਤ ਤੇ ਜ਼ੁਲਮ ਜਬਰ ਦੇ ਖਿਲਾਫ ਕਮਰ ਕਸਾ ਕੀਤਾ ਸੀ। ਹਕੂਮਤਾਂ ਨਫੇ ਵਿਹਾਜਣ ਲਈ ਸੱਚ, ਇਖਲਾਕ, ਈਮਾਨ ਤੇ ਮਨੁੱਖਤਾ ਨੂੰ ਸਦਾ ਛਿੱਕੇ ਟੰਗਦੀਆਂ ਆਈਆਂ ਹਨ। ਮੁਗਲ ਸ਼ਾਸਕਾਂ ਨੇ ਮੁਲਾਣਿਆਂ ਦੀ ਅਪਾਰ ਕਿਰਪਾ ਤੇ ਸਹਾਇਤਾ ਨਾਲ ਮੁਗਲਿਆ ਹਕੂਮਤ ਵਿਰੁੱਧ ਸਿੱਖਾਂ ਦੀ ਜੱਦੋ-ਜਹਿਦ ਨੂੰ ਇਸਲਾਮ ਦੇ ਖਿਲਾਫ ਲੜਾਈ ਦਾ ਫਤਵਾ ਦੇ ਕੇ ਹਰ ਇਸਲਾਮੀ ਨੂੰ ਗੁੰਮਰਾਹ ਕਰ ਦਿੱਤਾ। ਇਹ ਗੁੰਮਰਾਹੀ ਅੱਜ ਵੀ ਜਿਉਂਦੀ ਹੈ। ਹਕੂਮਤ ਵੱਲੋਂ ਸਿੱਖਾਂ ਦੇ ਨਿੱਤ ਦੇ ਕਤਲਾਮਾਂ ਨੂੰ ਕਾਨੂੰਨੀ ਤੇ ਦੀਨੀ ਪੱਖੋਂ ਜਾਇਜ਼ ਠਹਿਰਾਉਣ ਲਈ ਸਿੱਖਾਂ ਨੂੰ ਬਿਲਕੁਲ ਵਹਿਸ਼ੀ ਤੇ ਜੰਗਲੀ ਦਰਿੰਦਿਆਂ ਵਰਗੇ ਸਾਬਤ ਕਰਨ ਲਈ ਆਪਣੇ ਦਿਮਾਗਾਂ ਨੂੰ ਖੁੱਲੀਆਂ ਉਡਾਰੀਆਂ ਲਈ ਛੱਡ ਦਿੰਦੇ ਹਨ। ਜੋ ਵਾਹੀ ਤਬਾਹੀ ਝਰੀਟ ਮਾਰੀ ਮਗਰੋਂ ਆਉਣ ਵਾਲਿਆਂ ਲਈ ਹਵਾਲਿਆਂ ਲਈ ਸੋਮਾ ਬਣ ਗਿਆ। ਕੌਣ ਇਸ ਦੀ ਘੋਖ ਪੜਚੋਲ ਕਰੇ? ਸਿੱਖਾਂ ਨੂੰ ਫੁਰਸਤ ਕਿੱਥੇ? ਇਹ ਤਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਦੀ ਕਿਰਤ ਨੂੰ ਵੀ ਬਚਾ ਨਾ ਸਕੇ। ਮਿਸਟਰ ਵਿਲੀਅਮ ਇਰਵਨ ਨੂੰ ਕੀ ਲੋੜ ਪਈ ਸੀ ਕਿ ਉਹ ਖਪੇ ਤੇ ਮਗਜਮਾਰੀ ਕਰਕੇ ਸਿੱਖ ਇਤਿਹਾਸ ਉੱਪਰ ਮਿੱਥ ਕੇ ਜਮਾਈਆਂ ਝੂਠ ਦੀਆਂ ਤਹਿਆਂ ਦੂਰ ਕਰਕੇ ਸੱਚ ਨੂੰ ਉਜਾਗਰ ਕਰਦਾ ਫਿਰੇ। ਸਿੱਖਾਂ ਹੱਥੋਂ ਮੁਗਲ ਤੇ ਅੰਗਰੇਜ਼ ਦੋਵੇਂ ਮਾਰ ਖਾ ਚੁੱਕੇ ਹਨ ਤੇ ਸਿੱਖਾਂ ਪ੍ਰਤੀ ਉਹਨਾਂ ਦੇ ਦਿਲ ਵਿੱਚ ਕੋਈ ਨਰਮ ਗੋਸ਼ਾ ਨਹੀਂ ਹੈ। ਗੁਰਦਾਸ ਨੰਗਲ ਦਾ ਘੇਰਾ 8 ਮਹੀਨੇ ਤੇ ਕੁਝ ਦਿਨ ਉੱਪਰ ਤੱਕ ਜਾਰੀ ਰਿਹਾ। ਅਬਦੁਸ ਸਮਦ ਖਾਨ, ਜ਼ਕਰੀਆ ਖਾਨ ਦਾ ਬਾਪ ਦੀ ਕਮਾਨ ਵਿੱਚ ਇਹ ਮੁਹਿੰਮ ਚੱਲ ਰਹੀ ਹੈ। ਸਭ ਵਾਹੀ ਲਾ ਥੱਕੇ, ਸਿੰਘਾਂ ਉੱਤੇ ਹਾਵੀ ਨਾ ਹੋ ਸਕੇ। ਵਹਿਮੀ ਜਰਨੈਲਾਂ ਤੇ ਸਿਪਾਹੀਆਂ ਨੂੰ ਸਿੰਘਾਂ ਦੀ ਬਹਾਦਰੀ ਤੇ ਬੰਦਾ ਸਿੰਘ ਦੀ ਜਾਦੂਗਰੀ ਨੇ ਪੂਰੀ ਤਰ੍ਹਾਂ ਭੈ ਭੀਤ ਕੀਤਾ ਹੋਇਆ ਹੈ। ਹਰ ਕੋਈ ਦਿਲ ਵਿੱਚ ਗੰਢ ਦੇਈ ਬੈਠਾ ਹੈ ਕਿ ਦੂਜੇ ਭਾਵੇਂ ਬਚ ਜਾਣ, ਮੈਂ ਲਾਜ਼ਮੀ ਬੰਦਾ ਸਿੰਘ ਦੇ ਹੱਥੋਂ ਮਾਰਿਆ ਜਾਵਾਂਗਾ। ਲਸ਼ਕਰ ਵਿੱਚ ਦੁਆਈ ਮੰਗੀਆਂ ਜਾ ਰਹੀਆਂ ਹਨ ਕਿ ਯਾ ਅੱਲਾ ਕੋਈ ਐਸੀ ਵਿਧ ਬਣਾ ਕੇ ਦੇ ਕਿ ਇਹ ਬਦਬਖਤ ਬੰਦਾ ਸਿੰਘ ਗੜੀ ਚੋਂ ਕਿਧਰੇ ਨਿਕਲ ਜਾਵੇ ਤੇ ਸਾਡੀ ਜਾਨ ਖਲਾਸੀ ਹੋਵੇ। ਇੰਜ ਬਲਦੀ ਦੇ ਬੁੱਥੇ ਆਇਆ ਮੁਹੰਮਦ ਕਾਸਮ ਸਿੰਘਾਂ ਨੂੰ ਕਿਵੇਂ ਚੰਗਾ ਕਹੇਗਾ। ਉਹ ਲਿਖਦਾ ਹੈ ਕਿ ਜਦ ਖਾਣ ਨੂੰ ਕੁਝ ਵੀ ਨਾ ਰਿਹਾ ਤਾਂ ਖਾਧੇ ਹੋਏ ਘੋੜੇ ਖੱਚਰਾਂ ਤੇ ਬਲਦਾਂ ਦੀਆਂ ਹੱਡੀਆਂ ਵੀ ਪੀ ਪੀ ਕੇ ਸਿੰਘ ਖਾ ਗਏ। ਸਿਤਮ ਜ਼ਰੀਫੀ ਜ਼ਰਾ ਮੁਲਾਜ਼ਾ ਹੋਵੇ। ਦਲੇਰੇ ਜੰਗ ਅਬਦੁਸ ਸਮਦ ਖਾਨ ਤੋਂ ਲੈ ਕੇ ਛੋਟੇ ਤੋਂ ਛੋਟਾ ਅਫਸਰ ਤੇ ਕੀ ਸਿਪਾਹੀ ਕੋਈ ਵੀ ਗੜੀ ਦੇ ਲਾਗੇ ਫਟਕਣ ਦੀ ਕੋਸ਼ਿਸ਼ ਨਹੀਂ ਕਰਦਾ। ਮੁਹੰਮਦ ਕਾਸਮ ਕਿੱਧਰ ਦੀ ਲੰਘ ਕੇ ਗੜੀ ਵਿੱਚ ਜਾ ਵੜਿਆ ਤੇ ਸਿੰਘਾਂ ਨੂੰ ਹੱਡੀਆਂ ਪੀ ਪੀ ਖਾਂਦਿਆਂ ਨੂੰ ਵੇਖ ਆਇਆ। ਮਸ਼ੀਨਾਂ ਤੋਂ ਬਿਨਾਂ ਹੱਡੀਆਂ ਨਹੀਂ ਪੀਸ ਸਕਦੀਆਂ। ਉਹਨਾਂ ਕੋਲ ਮਾਸ ਹੱਡੀਆਂ ਪੀਣ ਦਾ ਕੀ ਪ੍ਰਬੰਧ ਸੀ। ਇਸ ਕੰਮ ਲਈ ਅੰਦਰ ਕੋਈ ਖਰਾਸ, ਹੱਥ ਚੱਕੀ, ਹਮਾਮ ਦਸਤੇ, ਸਿਲ ਵੱਟੇ ਜਾਂ ਡੰਡੇ ਕੂੰਡਿਆਂ ਦਾ ਕੋਈ ਪਹਿਲਾਂ ਤੋਂ ਹੀ ਬੰਦੋਬਸਤ ਕੀਤਾ ਹੋਇਆ ਸੀ। ਅੰਦਰ ਗਿਣਤੀ ਦੇ ਸਿੰਘ ਸਨ। ਉਹ ਦਿਨ ਰਾਤ ਦੁਸ਼ਮਣ ਨਾਲ ਲੋਹਾ ਲੈਣ ਵਿੱਚ ਜੁਟੇ ਰਹਿੰਦੇ ਸਨ ਤੇ ਦੁਸ਼ਮਣ ਦਾ ਮੂੰਹ ਭੰਨੀ ਰੱਖਦੇ ਸਨ ਕਿ ਗੜੀ ਦੇ ਪਾਸ ਕੋਈ ਢੁਕਣ ਦੀ ਜੁਰਤ ਨਾ ਕਰੇ। ਹੱਡੀਆਂ ਦੀ ਪਿਹਾਈ ਕਰਨ ਦਾ ਉਹਨਾਂ ਪਾਸ ਸਮਾਂ ਕਿੱਥੇ।
ਅੱਜ ਕੋਈ ਤਜਰਬਾ ਕਰ ਵੇਖੇ ਕਿ ਸੱਜਰੇ ਮਰੇ ਪਸ਼ੂ ਦੀ ਗਿੱਲੀ ਹੱਡੀ ਨੂੰ ਕਿਸੇ ਸਾਧਨ ਤੋਂ ਬਿਨਾਂ ਪੀਣ ਵਿੱਚ ਕਿੰਨੀ ਦੇਰ ਲੱਗਦੀ ਹੈ ਤੇ ਕਿੰਨੀ ਕੁ ਮਾਤਰਾ ਵਿੱਚ ਪੀਸ ਸਕਦੀ ਹੈ। ਸਿੰਘਾਂ ਦੀ ਅਦੁੱਤੀ ਬਹਾਦਰੀ ਨੂੰ ਛਟਿਆਉਣ ਤੇ ਆਪਣੀ ਸਿਰੇ ਦੀ ਬੇਈਮਾਨੀ ਅਤੇ ਦਗੇਬਾਜ਼ੀ ਨੂੰ ਛਿਪਾਉਣ ਦੀ ਚੇਸ਼ਟਾ ਤੋਂ ਛੁੱਟ ਹੋਰ ਇਹ ਕੁਝ ਵੀ ਨਹੀਂ। ਮਾਸ ਖਾਣ ਦੀ ਗੱਲ ਨੂੰ ਵੀ ਵਿਚਾਰ ਲਓ। ਬੰਦਾ ਸਿੰਘ ਨੇ ਵੈਸ਼ਨਵ ਮਤ ਤਿਆਗ ਕੇ ਅੰਮ੍ਰਿਤ ਛਕ ਕੇ ਸਿੱਖੀ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਆਪਣੇ ਨਾਲ ਲਿਆਂਦੇ ਸੰਸਕਾਰਾਂ ਨੂੰ ਤਿਆਗ ਨਹੀਂ ਸਕਿਆ। ਉਸ ਦੇ ਸਾਥੀ ਵੀ ਮਾਸ ਨਹੀਂ ਸਨ ਖਾਂਦੇ। ਅੱਜ ਵੀ ਬਹੁਤ ਸਾਰੇ ਸਿੱਖ ਮਾਸ ਨੂੰ ਹੱਥ ਨਹੀਂ ਲਾਉਂਦੇ। ਖਾਣ ਵਾਲੇ ਵੀ ਮੌਜੂਦ ਹਨ। ਉਸ ਵੇਲੇ ਤੇ ਅੱਜ ਵੀ ਦੋਹਾਂ ਧਿਰਾਂ ਵਿੱਚ ਕੋਈ ਟਾਕਰਾ ਨਹੀਂ। ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਵਾਲੇ, ਨਿਰਮਲੇ, ਕੂਕੇ ਆਦਿ ਜ਼ਿੰਦਾ ਮਿਸਾਲਾਂ ਹਨ। ਉਸ ਵੇਲੇ ਜੋ ਧਰਮਵੀਰ ਸਿੰਘ ਸੂਰਮੇ ਅੰਦਰ ਸਿਰ ਧੜਾਨੀਆਂ ਲਾਈ ਬੈਠੇ ਸਨ ਤੇ ਜਿਨ੍ਹਾਂ ਨੇ ਜਾਨਾਂ ਨੂੰ ਧਰਮ ਹੇਤ ਵਾਰਨੀਆਂ ਮਿਥ ਲਿਆ ਸੀ, ਉਹ ਨਿਗੂਣੀ ਜਿੰਦ ਬਦਲੇ ਕਿਉਂ ਘੋੜੇ ਵੱਢ ਵੱਢ ਖਾਣਗੇ। ਉਹਨਾਂ ਨੂੰ ਆਪਣੇ ਅੰਤ ਦਾ ਪਤਾ ਸੀ, ਸ਼ਹੀਦੀ ਤੇ ਕੇਵਲ ਸ਼ਹੀਦੀ। ਮੌਤ ਦਾ ਗਾਨਾ ਬੰਨੀ ਖੜਾ ਕੁਝ ਸਾਹਾਂ ਦੇ ਲਾਲਚ ਲਈ ਹੌਕੇ ਲਵੇ, ਕਿਤਨਾ ਅਸੰਭਵ ਹੈ। ਮੁਹੰਮਦ ਕਾਸਿਮ ਦੀਆਂ ਇਹ ਸਭ ਮਨ ਘੜਤ ਕਹਾਣੀਆਂ ਹਨ। ਤੇਗ, ਨੇਜ਼ੇ ਜਾਂ ਗੋਲੀ ਨਾਲ ਉਹ ਸਿੰਘਾਂ ਦੇ ਜਿੰਦਾ ਆਕਾਰ ਨੂੰ ਮਾਰ ਨਹੀਂ ਸਕਿਆ। ਕਲਮ ਦੀ ਨੋਕ ਨਾਲ ਸਿੰਘਾਂ ਦੇ ਕਿਰਦਾਰ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਸਮਕਾਲੀ ਤੇ ਘੇਰੇ ਵਿੱਚ ਸ਼ਾਮਲ ਹੋਣ ਦੇ ਨਾਂ ਤੇ ਉਸ ਦੀ ਲਿਖਤ ਦੂਰ ਦਿੱਲੀ ਬੈਠ ਕੇ ਰੋਜ਼ਨਾਮਚਾ ਲਿਖਣ ਵਾਲੇ ਨਾਲੋਂ ਜ਼ਿਆਦਾ ਕੀਮਤੀ ਹੈ। ਪਰ ਉਸ ਨੂੰ ਇਹ ਕੋਈ ਹੱਕ ਨਹੀਂ ਪਹੁੰਚਦਾ ਕਿ ਮੌਕੇ ਦਾ ਗਵਾਹ ਹੋਣ ਦੇ ਰੂਪ ਵਿੱਚ ਉਹ ਮਨ ਘੜਤ ਫਾਨੇ ਨਾਲ ਨਾਲ ਠੋਕ ਦੇਵੇ ਕਿ ਗੁੜ ਨਾਲ ਤੀਲੇ ਵੀ ਲੋਕ ਖਾ ਜਾਣਗੇ। ਤੀਲੇ ਲਾਜ਼ਮੀ ਬਾਹਰ ਥੁੱਕੇ ਜਾਣਗੇ। ਜਿਹੜੇ ਮਾਸ ਤੋਂ ਸੰਕੋਚ ਕਰਦੇ ਸਨ, ਉਹ ਹੱਡੀਆਂ ਕਿਉਂ ਖਾਣ ਲੱਗੇ? ਤੇ ਫਿਰ ਹੱਡੀਆਂ ਕੋਈ ਖੰਡ ਪਤਾਸੇ ਸਨ ਜੋ ਤਲੀ ਤੇ ਭੋਰ ਕੇ ਫੱਕਾ ਮਾਰ ਲਿਆਵੇ। ਮੁਹੰਮਦ ਕਾਸਿਮ ਦੀ ਦਾਸਤਾਨ ਨਰੋਲ, ਕਲਪਤ ਤੇ ਸਫੈਦ ਝੂਠ ਹੈ। ਸਿੱਖ ਇਤਿਹਾਸ ਨਾਲ ਮਸ ਰੱਖਣ ਵਾਲਿਆਂ ਨੂੰ ਯਾਦ ਹੋਵੇਗਾ ਕਿ ਗੁਰਦਾਸ ਨੰਗਲ ਦੇ ਘੇਰੇ ਤੋਂ 10 ਸਾਲ ਪਹਿਲਾਂ ਆਨੰਦਪੁਰ ਸਾਹਿਬ ਨੂੰ ਵੀ ਮੁਗਲ ਫੌਜਾਂ ਨੇ 8 ਮਹੀਨਿਆਂ ਤੋਂ ਵੱਧ ਘੇਰੀ ਰੱਖਿਆ ਸੀ। ਗੁਰਦਾਸ ਨੰਗਲ ਵਰਗੀ ਹੀ ਅੰਨ ਦੀ ਘਾਟ ਉਹਨਾਂ ਨੂੰ ਆਈ ਸੀ। ਉਦੋਂ ਨਹੀਂ ਸੀ ਸਿੰਘਾਂ ਘੋੜੇ ਬਲਦ ਵੱਢ ਕੇ ਖਾਧੇ ਤੇ ਹੱਡੀਆਂ ਪੀਸ ਕੇ ਫੱਕੀਆਂ। ਮੁਹੰਮਦ ਕਾਸਿਮ, ਮਿਰਜ਼ਾ ਮੁਹੰਮਦ ਹਾਰਿਸ਼ੀ, ਖਾਕੀ ਖਾਨ, ਮੁਹੰਮਦ ਹਾਦੀ, ਕਾਮਵਰ ਖਾਨ ਵਰਗੇ ਉਦੋਂ ਵੀ ਜਿੰਦਾ ਸਨ। ਇਹ ਖਚਰੇ ਸਨ ਤੇ ਜਾਣਦੇ ਸਨ ਕਿ ਦਸ਼ਮੇਸ਼ ਜੀ ਦੀ ਜਾਤ ਤੇ ਆਲੀ ਨਾਲ ਕਿਸੇ ਵੀ ਕਿਸਮ ਦਾ ਕੋਈ ਝੂਠ ਜੋੜ ਨਹੀਂ ਸਕਣਾ। ਸਿੱਖ ਇਤਿਹਾਸ ਦੇ ਬਹੁਮੁੱਲੇ ਗ੍ਰੰਥ ਜਿਵੇਂ ਕਿ ਮਹਿਮਾ ਪ੍ਰਕਾਸ਼ ਲਿਖਤ ਸਵਰੂਪ ਦਾਸ ਭੱਲਾ, ਸਰਦਾਰ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਕਵੀ ਸੰਤੋਖ ਸਿੰਘ ਦਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਗਿਆਨੀ ਗਿਆਨ ਸਿੰਘ ਦੁਆਰਾ ਰਚਿਤ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਭਾਗ ਦੂਜਾ, ਸਰਦਾਰ ਕਰਮ ਸਿੰਘ ਹਿਸਟੋਰੀਅਨ ਰਚਿਤ ਬੰਦਾ ਬਹਾਦਰ ਇਸ ਬਾਰੇ ਕੋਈ ਜ਼ਿਕਰ ਨਹੀਂ ਕਰਦੇ। ਅੰਗਰੇਜ਼ ਤੇ ਹਿੰਦੂ ਲਿਖਾਰੀਆਂ ਨੇ ਮੁਹੰਮਦ ਕਾਸਿਮ ਆਦਿ ਦੀਆਂ ਕਲਪਤ ਕਹਾਣੀਆਂ ਨੂੰ ਅੰਜੀਲ ਤੇ ਗੀਤਾ ਸਮਝ ਕੇ ਗਲਾਂ ਵਿੱਚ ਲਟਕਾ ਲਿਆ ਹੈ। ਸੂਝਵਾਨ ਪਾਠਕ ਇਨ੍ਹਾਂ ਮੁਰਦਾ ਜ਼ਮੀਰ ਲੋਕਾਂ ਦੀਆਂ ਬੇਬੁਨਿਆਦ ਕਹਾਣੀਆਂ ਨੂੰ ਬੜੀ ਇhtiyਾਤ ਨਾਲ ਪੜ੍ਹਨ। ਅਬਦੁਸ ਸਮਾਦ ਖਾਨ ਨੇ ਸਿੰਘਾਂ ਨਾਲ ਦਗਾ ਕੀਤਾ। ਗੜੀ ਦੇ ਅੰਦਰ ਬਿਮਾਰੀ ਤੇ ਭੁੱਖਮਰੀ ਨਾਲ ਬਹੁਤ ਮੌਤਾਂ ਹੋ ਰਹੀਆਂ ਸਨ ਤੇ ਸਿੰਘਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਸੀ। ਹੁਣ ਬੰਦਾ ਸਿੰਘ ਨਾਲ ਲਗਭਗ 350 ਆਦਮੀ ਰਹਿ ਗਏ ਸਨ ਤੇ ਉਹ ਵੀ ਅੱਧ ਮੋਏ ਅੱਜ ਕੱਲ ਦੇ ਪਰੌਣੇ। ਪਰ ਇੰਨੇ ਕੁ ਵੀ ਮੁਗਲ ਫੌਜ ਲਈ ਹਊਆ ਬਣੇ ਹੋਏ ਸਨ। ਕੀ ਮਜਾਲ ਜੋ ਕੋਈ ਕੰਧਾਂ ਦੇ ਪਾਸ ਵੀ ਢੁੱਕਾ ਹੋਵੇ। ਅਬਦੁਸ ਸਮਾਦ ਖਾਨ ਨੇ ਇੱਥੋਂ ਵੀ ਉਹ ਫਰੇਬ ਤੇ ਬੇਈਮਾਨ ਦਾ ਖੇਲ ਖੇਡਿਆ ਜੋ ਔਰੰਗਜ਼ੇਬ ਦਿਆਂ ਜਰਨੈਲਾਂ 10 ਕੁ ਸਾਲ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ ਵੇਲੇ ਦਸ਼ਮੇਸ਼ ਜੀ ਨਾਲ ਖੇਡਿਆ ਸੀ। ਅਬਦੁਸ ਸਮਾਦ ਖਾਨ ਨੇ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਅਖਵਾਇਆ ਕਿ ਜੇ ਗੜੀ ਖਾਲੀ ਕਰਕੇ ਬਾਹਰ ਆ ਜਾਵੋ ਤਾਂ ਬਾਦਸ਼ਾਹ ਪਾਸੋਂ ਤੁਹਾਡੀ ਜਾਨ ਬਖਸ਼ੀ ਕਰਵਾ ਦਿੱਤੀ ਜਾਵੇਗੀ। ਸਭ ਨੇ ਇਹ ਸਲਾਹ ਮੰਨ ਲਈ ਕਿਉਂਕਿ ਦਲੇਰ ਜੰਗ ਨੇ ਪੂਰਾ ਸਹੁੰ ਨੇਮ ਦੇ ਕੇ ਆਪਣੀ ਨੇਕ ਨੀਤੀ ਤੇ ਇਮਾਨਦਾਰੀ ਦਾ ਭਰੋਸਾ ਦਿੱਤਾ ਸੀ। ਜਦ ਗੜੀ ਦਾ ਬੂਹਾ ਖੋਲ ਦਿੱਤਾ ਗਿਆ ਤਾਂ ਫੌਜ ਦਾ ਕੋਈ ਵੀ ਆਦਮੀ
ਅੰਦਰ ਵੜਨ ਨੂੰ ਤਿਆਰ ਨਹੀਂ ਸੀ, ਕਿਉਂਕਿ ਸਿੰਘਾਂ ਦਾ ਇਹੋ ਜਿਹਾ ਭੈ ਮੁਗਲ ਫੌਜਾਂ ਦੇ ਦਿਲਾਂ ਤੇ ਬੈਠਾ ਹੋਇਆ ਸੀ ਕਿ ਇੰਜ ਗੜੀ ਦੇ ਅੰਦਰ ਵੜਨਾ ਤਾਂ ਕੀ, ਉਸ ਦੇ ਲਾਗੇ ਢੁਕਣ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ। ਅਜੀਬ ਗੱਲ ਹੈ ਕਿ ਜਿਸ ਗੜੀ ਨੂੰ ਦੂਰੋਂ ਸੁਰੰਗਾਂ ਲਾਈਆਂ ਜਾ ਰਹੀਆਂ ਸਨ ਤਾਂ ਜੋ ਕਿਵੇਂ ਨਾ ਕਿਵੇਂ ਮੁਗਲ ਫੌਜ ਦੇ ਚੰਦ ਜਾਂ ਬਾਜ ਅੰਦਰ ਜਾ ਵੜਨ ਤੇ ਗੜੀ ਦਾ ਬੂਹਾ ਖੋਲ ਦੇਣ, ਜਿਸ ਨਾਲ ਫੌਜ ਇੱਕ ਵਾਰ ਭਰਪੂਰ ਹੱਲਾ ਕਰਕੇ ਅੰਦਰ ਜਾ ਵੜੇ ਤੇ ਅੰਦਰਲਿਆਂ ਨੂੰ ਹੱਥੋਂ ਹੱਥੀ ਕਾਬੂ ਕਰ ਲਵੇ। ਬੂਹਾ ਖੁੱਲ ਜਾਣ ਤੇ ਵੀ ਕੋਈ ਸੂਰਮਾ ਅੰਦਰ ਵੜਨ ਲਈ ਤਿਆਰ ਨਹੀਂ। ਫਿਰ ਆਵਾਜ਼ਾ ਦਿੱਤਾ ਗਿਆ ਕਿ ਸਾਰੇ ਸਿੰਘ ਸਮੇਤ ਬੰਦਾ ਸਿੰਘ ਦੇ ਗੜੀਓਂ ਬਾਹਰ ਆ ਜਾਣ, ਸਾਡੇ ਉੱਤੇ ਭਰੋਸਾ ਕਰਨ, ਖੁਦਾ ਗਵਾਹ ਹੈ। ਜਦ ਸਿੰਘ ਬਾਹਰ ਆਏ ਤਾਂ ਤੁਰਕਾਂ ਦਾ ਈਮਾਨ ਤੇ ਨੇਮ ਚਕਨਾਚੂਰ ਹੋ ਗਿਆ। ਸਿੰਘਾਂ ਪਾਸ ਹਥਿਆਰ ਨਹੀਂ ਸਨ, ਕਿਉਂਕਿ ਇਹ ਆਪਣੇ ਹਥਿਆਰ ਤੁਰਕਾਂ ਅੱਗੇ ਸੁੱਟਣ ਦੀ ਥਾਂ ਬੰਦਾ ਸਿੰਘ ਅੱਗੇ ਸੁੱਟ ਆਏ ਸਨ। ਕਈਆਂ ਨੇ ਸੁੱਟਣ ਤੋਂ ਪਹਿਲਾਂ ਕਮਾਨਾਂ ਪੱਥੇ ਤੋੜ ਮਰੋੜ ਦਿੱਤੇ ਸਨ। ਨਿਹੱਥੇ ਸਿੰਘਾਂ ਉੱਤੇ ਮੁਗਲ ਦਸਤੇ ਬਘਿਆੜਾਂ ਵਾਂਗ ਟੁੱਟ ਪਏ, ਸਭ ਜ਼ੰਜੀਰਾਂ ਵਿੱਚ ਜਕੜ ਲਏ ਤੇ ਗਲੀ ਤੌਕ ਪਾ ਦਿੱਤੇ। ਬੰਦਾ ਸਿੰਘ ਇਕੱਲਾ ਹੀ ਅਜੇ ਅੰਦਰ ਸੀ। ਤੁਰਕ ਉਸ ਦੇ ਨਜ਼ਦੀਕ ਨਾ ਢੁਕਣ। ਸਰਦਾਰ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਨਵੀਂ ਛਾਪ ਪੰਨਾ 152-53 ਤੇ ਉਸ ਹਾਲਤ ਦਾ ਵਰਣਨ ਕੀਤਾ ਹੈ। ਸੋ ਵੀ ਬੰਦੈ ਤੇ ਸੰਗੈ, ਅੰਦਰ ਦੇਹ ਨ ਪੈਰ, ਮਾਤਕਤ ਕਰੇ ਸੋ ਛਲ ਕੋ, ਹੋਏ ਜਾਏ ਬਿੱਲੀਓਂ ਸ਼ੇਰ। ਤੋ ਵੀ ਬੰਦੇ ਨਿਗਟ ਨ ਆਵੈ, ਜਨ ਉਨ ਭੂਖੋ ਬੰਦੋ ਹੀ ਖਾਵੈ, ਬੰਦੇ ਤੇ ਜੋ ਡਰੇ ਤੁਰਕਾਨ, ਮਰਿਓ ਸ਼ੇਰ, ਮਤ ਲੈ ਉੱਠੇ ਪ੍ਰਾਣ। ਬੰਦਾ ਸਿੰਘ ਵੀ ਬਾਹਰ ਆ ਗਿਆ। ਬੰਦਾ ਸਿੰਘ ਨੂੰ ਜ਼ੰਜੀਰ ਤੌਕ ਤਾਂ ਭਾਵੇਂ ਨਾ ਪਾਏ, ਪਰ ਪਹਿਰਾ ਬੜਾ ਸਖਤ ਕੀਤਾ ਗਿਆ। ਸੱਜਦ ਅਹਿਮਦ ਸ਼ਾਹ ਬਟਾਲੀਏ ਨੇ ਬੰਦਾ ਸਿੰਘ ਦੀ ਗ੍ਰਿਫਤਾਰੀ ਦਾ ਹਾਲ ਆਪਣੀ ਤਵਾਰੀਖ ਵਿੱਚ ਲਿਖਿਆ ਹੈ। ਲੋਕਾਂ ਕਿਹਾ ਬੰਦਾ ਸਿੰਘ ਜਾਦੂ ਜਾਣਦਾ ਹੈ, ਇਸ ਲਈ ਉੱਡ ਜਾਵੇਗਾ। ਇੱਕ ਮੁਗਲ ਸਰਦਾਰ ਨੇ ਉੱਠ ਕੇ ਆਖਿਆ ਕਿ ਮੈਨੂੰ ਤੇ ਇਸ ਨੂੰ ਜ਼ੰਜੀਰ ਨਾਲ ਨਰੜ ਦਿਓ ਅਤੇ ਹਾਥੀ ਉੱਤੇ ਚੜਾ ਕੇ ਦਿੱਲੀ ਵੱਲ ਘੱਲ ਦਿਓ। ਜੇਕਰ ਇਹ ਉੱਡੇਗਾ ਤਾਂ ਮੈਂ ਉਸੇ ਵੇਲੇ ਇਸ ਦੇ ਢਿੱਡ ਖੰਜਰ ਖੋਪ ਦਿਆਂਗਾ। ਵਹਿਮੀ ਮੁਗਲਾਂ ਨੂੰ ਇਹ ਨਹੀਂ ਸੀ ਸਮਝ ਪੈਂਦੀ ਕਿ ਜੇ ਉਸਨੇ ਉੱਡਣਾ ਹੁੰਦਾ ਤਾਂ ਕੀ ਉਹਨਾਂ ਦੇ ਹੱਥ ਕੈਦ ਹੋ ਕੇ ਹੀ ਉੱਡਣਾ ਸੀ। ਉਹ ਗੜੀ ਚੋਂ ਸਿੱਧਾ ਕਿਸੇ ਪਾਸੇ ਉੱਡ ਜਾਂਦਾ। ਦਰ ਹਕੀਕਤ ਬੰਦਾ ਸਿੰਘ ਆਪਣੀ ਤੀਖਣ ਬੁੱਧੀ ਤੇ ਬਲ ਚੁਸਤੀ ਨਾਲ ਉਹਨਾਂ ਦੇ ਪੱਕੇ ਪੀਂਡੇ ਘੇਰਿਆਂ ਵਿੱਚੋਂ ਨਿਕਲ ਕੇ ਅਲੋਪ ਹੋ ਜਾਂਦਾ ਸੀ। ਮੁਗਲਾਂ ਨੂੰ ਵਹਿਮ ਨੇ ਪੂਰੀ ਤਰ੍ਹਾਂ ਗਰਸ ਲਿਆ ਹੋਇਆ ਸੀ ਕਿ ਬੰਦਾ ਸਿੰਘ ਘੇਰੇ ਚੋਂ ਉੱਡ ਕੇ ਨਿਕਲ ਜਾਂਦਾ ਹੈ। ਕਿ ਉੱਡਣ ਦੀ ਸ਼ਕਤੀ ਰੱਖਣ ਵਾਲਾ ਆਪਣੇ ਨਾਲ ਜੰਜੀਰਾਂ ਹੀ ਨਰੜੇ ਹੋਏ ਦਾ ਗਲ ਘੁੱਟ ਕੇ ਮਾਰਨ ਤੋਂ ਅਸਮਰੱਥ ਹੋਵੇਗਾ। ਉਹਨਾਂ ਦਾ ਵਹਿਮ ਸਿਖਰ ਤੇ ਪੁੱਜਿਆ ਹੋਇਆ ਸੀ। ਉਹ ਗੜੀ ਜੋ ਕੁਝ ਘੰਟੇ ਪਹਿਲਾਂ ਸ਼ਾਹੀ ਲਸ਼ਕਰ ਲਈ ਹਊਆ ਬਣ ਰਹੀ ਸੀ, ਹੁਣ ਉਹਨਾਂ ਨਾਲ ਠਾਸਾ ਠੱਸ ਭਰ ਗਈ। ਸਫਲਤਾ ਦੇ ਖੁਮਾਰ ਵਿੱਚ ਦਲੇਰ ਜੰਗ ਨੇ ਅਦਮ ਹੋਏ ਤੇ ਮਰਨ ਕਿਨਾਰੇ ਪਹੁੰਚੇ ਹੋਏ 200 ਸਿੰਘਾਂ ਦੇ ਹੱਥ ਪੈਰ ਜੋੜ ਕੇ ਉਹਨਾਂ ਨੂੰ ਮੁਗਲ ਤੇ ਤਾਤਾਰੀ ਸਿਪਾਹੀ ਜੋ ਨਵੇਂ ਆਏ ਸਨ ਉਹਨਾਂ ਦੇ ਹਵਾਲੇ ਕਰ ਦਿੱਤਾ, ਤਾਂ ਕਿ ਉਹਨਾਂ ਨੂੰ ਹੱਥੀਂ ਕਤਲ ਕਰਨ ਤੇ ਇੰਜ ਉਹਨਾਂ ਦੇ ਦਿਲਾਂ ਚੋਂ ਸਿੰਘਾਂ ਦਾ ਭੈ ਨਿਕਲ ਜਾਵੇ। ਉਹਨਾਂ ਨੂੰ ਉਸੇ ਥਾਂ ਕਤਲ ਕਰ ਦਿੱਤਾ ਗਿਆ ਅਤੇ ਉੱਥੇ ਦਾ ਮੈਦਾਨ ਲਹੂ ਨਾਲ ਭਰ ਦਿੱਤਾ। ਬੰਦਾ ਸਿੰਘ ਦਾ ਸਭ ਖਜ਼ਾਨਾ ਲੁੱਟਿਆ ਗਿਆ। ਗੜੀ ਦੀ ਚੱਪਾ ਚੱਪਾ ਥਾਂ ਫਰੋਲੀ ਗਈ ਕਿ ਦੱਬਿਆ ਧਨ ਲੱਭਿਆ ਜਾਵੇ। ਇੱਥੋਂ ਤੀਕ ਕਿ ਮੁਰਦਿਆਂ ਦੇ ਢਿੱਡ ਵੀ ਚੀਰ ਪਾੜ ਕੇ ਵੇਖੇ ਗਏ। ਮਤਾ ਕਿਸੇ ਨੇ ਅਸ਼ਰਫੀਆਂ ਨਿਗਲ ਕੇ ਢਿੱਡ ਵਿੱਚ ਨਾ ਲੁਕਾ ਲਈਆਂ ਹੋਣ। ਇਸ ਮਤਲਬ ਲਈ ਕਈ ਜਿਉਂਦੇ ਵੀ ਮਾਰੇ ਗਏ, ਭਲਾ ਕੋਈ ਕੌਡੀ ਪੈਸਾ ਹੱਥ ਆ ਜਾਵੇ। ਇਸ ਤੋਂ ਬਾਅਦ ਕਤਲ ਕੀਤੇ ਗਏ ਸਿੰਘਾਂ ਦੇ ਸਿਰ ਵੱਢ ਕੇ ਘਾਹ ਫੂਸ ਨਾਲ ਭਰ ਦਿੱਤੇ ਅਤੇ ਨੇਜਿਆਂ ਉੱਤੇ ਟੰਗ ਲਏ। ਗੁਰਦਾਸ ਨੰਗਲ ਦਾ ਪਿੰਡ ਤੇ ਭਾਈ ਦੁਨੀ ਚੰਦ ਦਾ ਅਹਾਤਾ ਜੋ ਹਵੇਲੀ ਢਾਹ ਕੇ ਢੇਰੀ ਕਰ ਦਿੱਤੇ ਗਏ। ਹੁਣ ਇਸ ਵੇਲੇ ਇਹ ਥਾਂ ਇੱਕ ਥੇਹ ਦੇ ਰੂਪ ਵਿੱਚ ਪਈ ਹੈ ਤੇ ਬੰਦੇ ਵਾਲੀ ਥੇਹ ਦੇ ਨਾਂ ਨਾਲ ਜਾਣੀ ਜਾਂਦੀ ਹੈ। ਗੁਰਦਾਸ ਨੰਗਲ ਦੀ ਗੜੀ ਖਾਲੀ ਹੋਣ ਤੇ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਦੇ ਫੜੇ ਜਾਣ ਦੀ ਘਟਨਾ 7 ਦਸੰਬਰ ਸਨ 1715 ਈਸਵੀ ਨੂੰ ਬੁੱਧਵਾਰ ਵਾਲੇ ਦਿਨ ਵਾਪਰੀ। ਖੁਰਾਕ ਦੀ ਘਾਟ ਨੇ ਸਿੰਘਾਂ ਨੂੰ ਲਾਚਾਰ ਕਰ ਦਿੱਤਾ
ਨਹੀਂ ਤਾਂ ਮੁਗਲ ਫੌਜਾਂ ਦੀ ਕੀ ਮਜਾਲ ਸੀ ਜੋ ਪੋਲੇ ਪੈਰੀਂ ਗੜੀ ਤੇ ਹਾਵੀ ਹੋ ਜਾਂਦੀਆਂ। ਬੰਦਾ ਸਿੰਘ ਦਾ ਛੋਟੀ ਜੀ ਗੜੀ ਵਿੱਚ ਬਗੈਰ ਕਾਫੀ ਰਸਤ ਪੱਠਾ ਇਕੱਠਾ ਕੀਤੇ ਤੋਂ ਲੰਬੇ ਸਮੇਂ ਲਈ ਮੁਕਾਬਲਾ ਕਰਨਾ ਕਈਆਂ ਨੂੰ ਯੁੱਧ ਨੀਤੀ ਦੇ ਅਨੁਕੂਲ ਨਹੀਂ ਲੱਗੇਗਾ। ਬੰਦਾ ਸਿੰਘ ਚਾਹੁੰਦਾ ਤਾਂ ਆਰੰਭ ਵਿੱਚ ਹੀ ਨਿਕਲ ਸਕਦਾ ਸੀ। ਸਾਰੇ ਹੀ ਗੜੀ ਚੋਂ ਨਿਕਲ ਕੇ ਜੰਗਲਾਂ ਪਹਾੜਾਂ ਵਿੱਚ ਖਿੰਡ ਪੁੰਡ ਜਾਂਦੇ ਤਾਂ ਜੋ ਫੌਜ ਉਹਨਾਂ ਦਾ ਕੁਝ ਨਹੀਂ ਸੀ ਵਿਗਾੜ ਸਕਦੀ। ਪਰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਦਾਸ ਨੰਗਲ ਦੀ ਗੜੀ ਨੂੰ ਬੰਦਾ ਸਿੰਘ ਨੇ ਉਚੇਚਾ ਸੁਰੱਖਿਅਤ ਥਾਂ ਮਿੱਥ ਕੇ ਨਹੀਂ ਸੀ ਚੁਣਿਆ ਕਿ ਇਹ ਬੜਾ ਖੁੱਲਾ ਡੁੱਲਾ ਤੇ ਰਸਤ ਅਤੇ ਘਾਹ ਪੱਠੇ ਨਾਲ ਪਹਿਲਾਂ ਹੀ ਭਰਿਆ ਹੋਇਆ ਹੈ ਤੇ ਲੰਬੇ ਸਮੇਂ ਲਈ ਇਸ ਵਿੱਚ ਡਟ ਕੇ ਮੁਗਲ ਫੌਜਾਂ ਨੂੰ ਦਮੋਂ ਕੱਢਿਆ ਜਾ ਸਕੇਗਾ। ਕੋਟ ਮਿਰਜ਼ਾਜਾਨ ਉੱਤੇ ਮੁਗਲ ਸੈਨਾ ਨੇ ਬੜੀ ਤੇਜ਼ੀ ਨਾਲ ਹਮਲਾ ਕੀਤਾ। ਇਹ ਕੋਈ ਮੁਕੰਮਲ ਕਿਲਾ ਨਹੀਂ ਸੀ। ਇਸ ਦੀਆਂ ਤਾਂ ਅਜੇ ਨੀਹਾਂ ਵੀ ਨਹੀਂ ਸਨ ਭਰੀਆਂ ਗਈਆਂ। ਬੰਦਾ ਸਿੰਘ ਨੂੰ ਇੱਥੋਂ ਪਿਛਾਂਹ ਹਟਣਾ ਪਿਆ। ਭਾਈ ਦੁਨੀ ਚੰਦ ਦੇ ਇਸ ਹਹਾਤੇ ਨੂੰ ਤਾਂ ਸਿਰ ਪਈ ਤੋਂ ਫੌਰੀ ਬਚਾ ਲਈ ਵਰਤਿਆ। ਭਾਵ ਫੌਜ ਦੇ ਵੇਗ ਨੂੰ ਠੱਲਾਂ ਪਾ ਕੇ ਅਤੇ ਅੱਖੀਂ ਧੂਲ ਝੋਂਕ ਕੇ ਬਚ ਨਿਕਲਣ ਦੀ ਵਿਉਂਤ ਸੀ। ਬੰਦਾ ਸਿੰਘ ਨੇ ਥੋੜੀ ਬਹੁਤੀ ਖਾਦ ਖੁਰਾਕ ਤੇ ਘਾਹ ਪੱਠਾ ਜਿੰਨੀ ਕੋ ਛੇਤੀ ਹੋ ਸਕੇ ਇਕੱਠਾ ਕਰਨ ਲਈ ਸਿੰਘਾਂ ਨੂੰ ਪਿੰਡਾਂ ਵਿੱਚ ਘਲਾਇਆ। ਫੌਜ ਇੰਨੀ ਤੇਜ਼ੀ ਨਾਲ ਮਗਰ ਚੜੀ ਆ ਰਹੀ ਸੀ ਕਿ ਸਪਲਾਈ ਇਕੱਤਰ ਕਰਨ ਦਾ ਕੰਮ ਵਿੱਚੇ ਰਹਿ ਗਿਆ। ਪਿੰਡਾਂ ਵੱਲ ਗਏ ਬਹੁਤ ਸਾਰੇ ਸਿੰਘ ਲੋਕਾਂ ਦੀ ਮੁਖਬਰੀ ਕਰਨ ਨਾਲ ਫੌਜ ਦੇ ਹੱਥ ਆ ਕੇ ਸ਼ਹੀਦ ਹੋ ਗਏ। ਜੋ ਬਚ ਕੇ ਨਿਕਲੇ ਉਹ ਗੜੀ ਵਿੱਚ ਨਾ ਵੜਨ ਦਿੱਤੇ ਗਏ। ਇਸ ਕੰਮ ਲਈ ਗਏ ਹਜ਼ਾਰਾਂ ਸਿੰਘਾਂ ਨਾਲ ਬਾਹਰ ਕੀ ਵਾਪਰੀ ਜਾਪਦਾ ਬੰਦਾ ਸਿੰਘ ਨੂੰ ਇਸ ਦੀ ਕੋਈ ਸੂਹ ਨਹੀਂ ਮਿਲੀ। ਜਾਪਦਾ ਉਹ ਘੇਰੇ ਨੂੰ ਇਸ ਕਰਕੇ ਲੰਬਾ ਕਰੀ ਗਿਆ ਹੋਵੇ ਕਿ ਬਾਹਰਲੇ ਸਿੰਘ ਤਤ ਖਾਲਸਾ ਜੋਗ ਅਗਵਾਈ ਤਹਿਤ ਇਕੱਤਰ ਹੋ ਕੇ ਇੱਕ ਪਾਸਿਓਂ ਫੌਜ ਤੇ ਹੱਲਾ ਕਰਕੇ ਜਿਵੇਂ ਉਸਨੇ ਸਢੌਰੇ ਦੀ ਗੜੀ ਵਿੱਚ ਘਿਰੇ ਸਿੰਘਾਂ ਨੂੰ ਕੱਢ ਲਿਆ ਸੀ, ਉਹਨਾਂ ਲਈ ਭਾਈ ਦੁਨੀ ਚੰਦ ਦੇ ਅਹਾਤੇ ਹਵੇਲੀ ਚੋਂ ਬਾਅਦ ਚ ਨਿਕਲਣਾ ਸੰਭਵ ਬਣਾ ਦੇਣ। ਬਾਹਰ ਕੌਣ ਕਿਹਨਾਂ ਨੂੰ ਜਥੇਬੰਦ ਕਰੇ। ਬਾਬਾ ਵਿਨੋਦ ਸਿੰਘ ਤੋਂ ਇਹ ਆਸ ਕੀਤੀ ਜਾ ਸਕਦੀ ਸੀ ਤੇ ਐਨ ਮੁਮਕਨ ਸੀ ਕਿ ਉਹ ਕੁਝ ਕਰਦਾ, ਪਰ ਉਸ ਤੋਂ ਛੇਤੀ ਹੀ ਪਿੱਛੋਂ ਗੜੀ ਦਲੇਰ ਜੰਗ ਦੇ ਹੱਥ ਆ ਗਈ। ਲੱਗਦਾ ਸਮੇਂ ਦੀ ਘਾਟ ਕਾਰਨ ਅਤੇ ਜੋ ਥੋੜੇ ਬਹੁਤੇ ਸਿੰਘ ਬਾਹਰ ਸਨ ਤੇ ਉਹ ਵੀ ਖਿੰਡੇ ਪੁੰਡੇ ਹੋਣ ਕਰਕੇ ਕੋਈ ਠੋਸ ਕਦਮ ਨਹੀਂ ਪੁੱਟਿਆ ਜਾ ਸਕਿਆ। ਸੋ ਬਾਹਰੋਂ ਕੋਈ ਸਹਾਇਤਾ ਨਾ ਆ ਸਕੀ। ਘੇਰਾ ਲੰਬਾ ਹੁੰਦਾ ਗਿਆ ਤੇ ਖੁਰਾਕ ਦੀ ਥੋੜ ਆਪਣਾ ਖੂਨੀ ਫੰਦਾ ਕੱਸਦੀ ਗਈ। ਨਤੀਜਾ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਨਿਕਲਿਆ। ਗੁਰਦਾਸ ਨੰਗਲ ਵਿੱਚ ਬੰਦਾ ਸਿੰਘ ਦਾ ਸਿੰਘਾਂ ਦੇ ਸਮੇਤ ਫੜੇ ਜਾਣ ਦੀ ਖਬਰ ਅਬਦੁਸ ਸਮਦ ਖਾਨ ਵੱਲੋਂ ਮੁਹੰਮਦ ਅਮੀਨ ਖਾਨ ਨੇ 12 ਦਸੰਬਰ ਸਨ 1715 ਈਸਵੀ ਦਿਨ ਸੋਮਵਾਰ ਨੂੰ ਬਾਦਸ਼ਾਹ ਨੂੰ ਉਸ ਵੇਲੇ ਸੁਣਾਈ ਜਦ ਕਿ ਉਹ ਜਹਾਂਦਾਰ ਸ਼ਾਹ ਵਿਰੁੱਧ ਆਪਣੀ ਹੋਈ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਬਾਦਸ਼ਾਹ ਨੂੰ ਇਹ ਸੁਣ ਕੇ ਜਹਾਂਦਾਰ ਸ਼ਾਹ ਉੱਤੇ ਫਤਿਹ ਨਾਲੋਂ ਵੀ ਕਈ ਗੁਣਾ ਵੱਧ ਖੁਸ਼ੀ ਹੋਈ। ਉਸ ਨੂੰ ਇੰਜ ਲੱਗਾ ਕਿ ਮੁਗਲ ਰਾਜ ਦਾ ਸਭ ਤੋਂ ਵੱਡਾ ਤੇ ਸਖਤ ਦੁਸ਼ਮਣ ਕਾਬੂ ਆ ਗਿਆ ਹੈ। ਦਿੱਲੀ ਵਿੱਚ ਖੁਸ਼ੀਆਂ ਦੇ ਸ਼ਦਿਆਨੇ ਵੱਜ ਉੱਠੇ। ਖੁਸ਼ਾਮਦੀ ਤੇ ਚਾਪਲੂਸ ਦਰਬਾਰੀਆਂ ਨੇ ਜੱਤ ਫਲਾ ਕੇ ਦੁਮ ਹਿਲਾ ਕਿਹਾ ਕਿ ਜ਼ਿਲ੍ਹਾ ਇਲਾਹੀ ਬਲੰਦ ਇਕਬਾਲ ਫਰਜਾਬ ਦੁਨੀਆ ਦੇ ਸ਼ਹਿਨਸ਼ਾਹ ਆਲੀ ਤਾਬਾਰ ਫਰਖਸ਼ੀਅਰ ਅੱਗੇ ਬੰਦੇ ਮਰਦੂਦ ਤੇ ਕਾਲੇ ਮੂੰਹਾਂ ਵਾਲੇ ਸਿੱਖਾਂ ਦੀ ਕੀ ਮਜਾਲ ਸੀ ਕਿ ਦੁੰਬ ਵੀ ਮਾਰ ਸਕਣ। ਗੁਰਦਾਸ ਨੰਗਲ ਦੀ ਗੜੀ ਦਾ ਸਰ ਹੋਣਾ ਤੇ ਬੰਦਾ ਸਿੰਘ ਦਾ ਫੜੇ ਜਾਣਾ, ਜਿੱਥੇ ਮੁਗਲ ਜਰਨੈਲਾਂ ਦੀ ਭਾਰੀ ਜਿੱਤ ਹੈ, ਉਥੇ ਇਹ ਸਦਾ ਲਈ ਸਿੱਖਾਂ ਦੇ ਖਾਤਮੇ ਦੀ ਸੂਚਕ ਹੈ। ਅਲਹਮਦੁਲਿਲਾ ਅਰਧ ਹਿੰਦ ਭਾਵ ਭਾਰਤ ਦੀ ਧਰਤੀ ਖਤਰਨਾਕ ਕੁਫਰ ਤੋਂ ਕਿਆਮਤ ਤੱਕ ਪਾਕ ਹੋ ਗਈ। ਮੁਗਲ ਬਾਦਸ਼ਾਹਾਂ ਵਿੱਚੋਂ ਫਰਖਸ਼ੀਅਰ ਸਭ ਤੋਂ ਸ਼ਕਤੀਸ਼ਾਲੀ ਤੇ ਅਜਮ ਫਾਤੇ ਮੰਨਿਆ ਜਾਵੇਗਾ। ਗੁਰਦਾਸ ਨੰਗਲ ਦੀ ਜਿੱਤ ਪ੍ਰਤੀ ਹਾਦੀ ਕਾਮਵਰ ਖਾਨ ਦੀ ਰਾਏ। ਗੁਰਦਾਸ ਨੰਗਲ ਦੀ ਜਿੱਤ ਸੰਬੰਧੀ ਖੁਸ਼ਾਮਦੀਆਂ ਤੇ ਮੌਕਾ ਪ੍ਰਸਤਾਂ ਜੋ ਲਾਲਾ ਕੀਤੀ ਤੇ ਖੁਸ਼ੀਆਂ ਦੇ ਢੋਲ ਢਮੱਕੇ ਪਿੱਟੇ ਅਤੇ ਬਾਦਸ਼ਾਹ ਨੂੰ ਦੁਨੀਆ ਦਾ ਮਹਾਨ ਜੇਤੂ ਗਰਦਾਨਿਆ। ਹਾਦੀ ਕਾਮਵਰ ਖਾਨ ਇਸ ਨੂੰ ਅਸਲੀਅਤ ਤੋਂ ਬਹੁਤ ਪਰੇ ਮੰਨਦਾ ਹੋਇਆ ਆਪਣੀ ਕਿਤਾਬ ਵਿੱਚ ਲਿਖਦਾ ਹੈ, ਇਹ ਬੰਦਾ ਸਿੰਘ ਦਾ ਫੜੇ ਜਾਣਾ ਤੇ ਗੜੀ ਤੇ ਕਬਜ਼ਾ ਮੁਗਲਾਂ ਦਾ ਹੋ ਜਾਣਾ
ਕਿਸੇ ਦੀ ਉੱਚਤਮ ਬੁੱਧੀ ਜਾਂ ਸੂਰਬੀਰਤਾ ਦਾ ਸਿੱਟਾ ਨਹੀਂ ਸੀ, ਸਗੋਂ ਰੱਬ ਦੀ ਮਰਜ਼ੀ ਤੇ ਅਥਾਹ ਮਿਹਰਬਾਨੀ ਸੀ ਕਿ ਇਸ ਤਰ੍ਹਾਂ ਹੋ ਗਿਆ। ਨਹੀਂ ਤਾਂ ਹਰ ਕੋਈ ਜਾਣਦਾ ਹੈ ਕਿ ਸਵਰਗਵਾਸੀ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਅਤੇ ਵੱਡੇ ਵੱਡੇ ਸਿਪਾਹ ਸਲਾਰਾਂ ਤੇ ਅਫਸਰਾਂ ਸਣੇ ਵੱਡੇ ਲਸ਼ਕਰ ਨਾਲ ਇਸ ਉੱਠੇ ਵਿਦਰੋਹ ਨੂੰ ਖਤਮ ਕਰਨ ਦੇ ਪੂਰੇ ਯਤਨ ਕੀਤੇ ਸਨ, ਪਰ ਇਹ ਸਭ ਨਿਸਫਲ ਹੋ ਗਏ ਸਨ ਅਤੇ ਹੁਣ ਉਹ ਕਾਫਰ ਸਿੱਖ ਬੰਦਾ ਸਿੰਘ ਅਤੇ ਉਸ ਦੇ ਸਾਥੀ ਭੁੱਖ ਦੀ ਮਾਰ ਨੇ ਅਧੀਨ ਹੋਣ ਲਈ ਲਾਚਾਰ ਕਰ ਦਿੱਤੇ ਹਨ। ਹਾਦੀ ਕਾਮਵਰ ਖਾਨ ਨੇ ਸੱਚ ਨੂੰ ਨਿਖਾਰ ਕੇ ਪੇਸ਼ ਕਰ ਦਿੱਤਾ ਹੈ। ਮੁਗਲ ਜਰਨੈਲਾਂ ਦੀ ਜਿੱਤ ਉਹਨਾਂ ਦੀ ਅਕਲਮੰਦੀ ਤੇ ਲੜਾਈ ਵਿੱਚ ਕਿਸੇ ਵਿਸ਼ੇਸ਼ ਸੂਰਮਗਤੀ ਦਾ ਸਿੱਟਾ ਨਹੀਂ, ਸਗੋਂ ਰੱਬ ਦੀ ਮਰਜ਼ੀ ਸੀ ਕਿ ਇੰਜ ਹੋ ਜਾਵੇ। ਸੋ ਉਹਨਾਂ ਨੂੰ ਭੁੱਖ ਦੀ ਮਾਰ ਨੇ ਅਧੀਨ ਹੋਣ ਲਈ ਮਜਬੂਰ ਕੀਤਾ ਹੈ। ਇਸ ਵਿੱਚ ਲਾ ਤਾਦਾਦ ਸ਼ਾਹੀ ਲਸ਼ਕਰ ਦੀ ਕੋਈ ਵਡਿਆਈ ਨਹੀਂ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 19। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।